ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਪਹਿਲਾਂ ਪਹਿਲ ਕੋਈ ਵਿਅਕਤੀ ਅੰਮ੍ਰਿਤ ਛਕ ਕੇ ਗੁਰਮਤ ਦੇ ਰਸਤੇ ਤੇ ਤੁਰਦਾ ਹੈ ਤਾਂ ਉਸ ਅੰਦਰ ਬਹੁਤ ਚਾਅ ਹੁੰਦਾ ਹੈ। ਜਦੋਂ ਉਹ ਪਾਠ ਕਰਦਾ ਹੈ ਤਾਂ ਭਾਵੇਂ ਉਸ ਨੂੰ ਗੁਰਬਾਣੀ ਦਾ ਪਾਠ ਸ਼ੁੱਧ ਕਰਨਾ ਨਹੀਂ ਆਉਂਦਾ ਹੁੰਦਾ, ਪਰ ਫਿਰ ਵੀ ਉਸ ਨੂੰ ਸਵਾਦ ਆਉਂਦਾ ਹੈ। ਦੂਜੇ ਪਾਸੇ ਜਦੋਂ ਕੁਝ ਸਮਾਂ ਪੈ ਜਾਂਦਾ ਹੈ ਅਤੇ ਪਾਠ ਭਾਵੇਂ ਅੱਗੇ ਨਾਲੋਂ ਸ਼ੁੱਧ ਹੋ ਜਾਂਦਾ ਹੈ, ਪਰ ਪਾਠ ਵਿੱਚ ਸਵਾਦ ਨਹੀਂ ਰਹਿੰਦਾ। ਫਿਰ ਬੰਦਾ ਡਿਊਟੀ ਸਮਝ ਕੇ ਪਾਠ ਕਰੀ ਜਾਂਦਾ ਹੈ। ਪਤਾ ਹੀ ਨਹੀਂ ਲੱਗਦਾ ਕਿ ਕਦੋਂ ਪਾਠ ਸ਼ੁਰੂ ਕੀਤਾ ਸੀ ਅਤੇ ਕਦੋਂ ਭੋਗ ਪੈ ਗਿਆ। ਡਿਊਟੀ ਸਮਝ ਕੇ ਬੇਧਿਆਨੇ ਹੋ ਕੇ ਅਤੇ ਬਿਨਾਂ ਵਿਚਾਰੇ ਕੀਤਾ ਹੋਇਆ ਪਾਠ ਉਹ ਆਨੰਦ ਨਹੀਂ ਦਿੰਦਾ ਜੋ ਦੇਣਾ ਚਾਹੀਦਾ ਹੈ। ਇਸੇ ਕਰਕੇ ਹੀ ਇੱਕ ਗੁਰਸਿੱਖ ਨੇ ਫਰਮਾਇਆ ਸੀ ਕਿ ਸਾਨੂੰ ਗੁਰਬਾਣੀ ਦਾ ਪਾਠ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਪਾਠ ਮਾਣਨਾ ਸ਼ੁਰੂ ਕਰਨਾ ਚਾਹੀਦਾ ਹੈ। ਜੇ ਪਾਠ ਕਰਨਾ ਬੰਦ ਕਰਕੇ ਪਾਠ ਮਾਣਨਾ ਸ਼ੁਰੂ ਕਰਾਂਗੇ ਤਾਂ ਸਵਾਦ ਦਿਨ ਬ ਦਿਨ ਵੱਧਦਾ ਜਾਵੇਗਾ। ਜੋ ਗਤੀਵਿਧੀ ਕੰਮ ਜਾਂ ਕਾਰਜ ਬਣ ਜਾਵੇ ਉਹ ਸਵਾਦਹੀਣੀ ਹੋ ਜਾਂਦੀ ਹੈ। ਜੋ ਗਤੀਵਿਧੀ ਮਨੋਰੰਜਨ ਸਮਝੀ ਜਾਵੇ ਉਸ ਵਿੱਚੋਂ ਸਵਾਦ ਆਉਂਦਾ ਹੈ। ਬਸ ਆਹੀ ਸਾਨੂੰ ਕਰਨ ਦੀ ਲੋੜ ਹੈ। ਜਦੋਂ ਤੱਕ ਗੁਰਬਾਣੀ ਦਾ ਪਾਠ ਕਰਨਾ, ਕੀਰਤਨ ਕਰਨਾ ਜਾਂ ਸੁਣਨਾ, ਨਾਮ ਜਪਣਾ ਸਾਡੇ ਵਾਸਤੇ ਇੱਕ ਡਿਊਟੀ ਹੈ ਜਾਂ ਅਜਿਹਾ ਕੰਮ ਹੈ ਜੋ ਕਰਨਾ ਹੀ ਪੈਣਾ ਹੈ, ਉਦੋਂ ਉਹ ਮਨੋਰੰਜਨ ਨਹੀਂ ਬਣ ਸਕਦਾ। ਪਾਠ ਧਿਆਨ ਨਾਲ ਵੀ ਕੀਤਾ ਜਾਵੇ, ਵਿਚਾਰ ਕੇ ਵੀ ਕੀਤਾ ਜਾਵੇ, ਪਰ ਜੇ ਪਾਠ ਇੱਕ ਡਿਊਟੀ ਸਮਝ ਕੇ ਕੀਤਾ ਜਾਵੇ ਤਾਂ ਪਾਠ ਵਿੱਚੋਂ ਆਨੰਦ ਨਹੀਂ ਆ ਸਕਦਾ। ਗੁਰਬਾਣੀ ਵਿੱਚ ਪਾਠ ਸਹਿਜ ਸੁਭਾਏ ਕਰਨ ਦਾ ਹੁਕਮ ਹੈ। ਸੁਣੋ ਜੀ ਇਹ ਗੁਰਵਾਕ। ਸਹਿਜ ਸੁਭਾਏ ਬੋਲੇ ਹਰ ਬਾਣੀ, ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ। ਦੁਖ ਦਰਦ ਜਮ ਨੇੜ ਨਾ ਆਵੈ, ਕਹੋ ਨਾਨਕ ਜੋ ਹਰ ਗੁਣ ਗਾਵੈ। ਕੀਰਤਨ ਵੀ ਸਹਿਜ ਸੁਭਾਏ ਕਰਨ ਦਾ ਹੁਕਮ ਹੈ, ਜੈਸਾ ਕਿ ਇਹ ਗੁਰਵਾਕ ਹੈ। ਹਮ ਤਨਵੰਤ ਪਾਗਠ ਸਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ ਰਹਾਓ। ਭਾਵੇਂ ਗੁਰਬਾਣੀ ਵਿਚਾਰ ਕੇ ਪੜ੍ਹੀਏ ਅਤੇ ਭਾਵੇਂ ਮਨ ਟਿਕਾ ਕੇ ਪੜ੍ਹੀਏ, ਪਰ ਜਦੋਂ ਤੱਕ ਸਹਿਜ ਸੁਭਾਏ ਪਾਠ ਜਾਂ ਸਿਮਰਨ ਨਹੀਂ ਕਰਾਂਗੇ ਉਦੋਂ ਤੱਕ ਆਨੰਦ ਆਉਣਾ ਮੁਸ਼ਕਿਲ ਹੈ। ਸਹਿਜ ਸ਼ਬਦ ਦੇ ਬਹੁਤ ਅਰਥ ਹਨ, ਪਰ ਜੋ ਬਾਣੀ ਸਹਿਜ ਨਾਲ ਪੜ੍ਹਨ ਦਾ ਹੁਕਮ ਹੈ ਉਸ ਦਾ ਅਰਥ ਹੈ ਕਾਹਲੀ ਤੋਂ ਬਗੈਰ ਪਾਠ ਕਰਨਾ। ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸਹਿਜ ਦਾ ਸੰਬੰਧ ਬਾਹਰ ਮੁਖੀ ਗੁਰਬਾਣੀ ਦਾ ਪਾਠ ਹੌਲੀ ਜਾਂ ਤੇਜ਼ ਕਰਨ ਨਾਲ ਨਹੀਂ ਹੈ। ਬਾਣੀ ਦਾ ਪਾਠ ਹੌਲੀ ਸਪੀਡ ਵਿੱਚ ਕਰਨ ਦਾ ਅਰਥ ਨਹੀਂ ਕਿ ਪਾਠ ਸਹਿਜ ਨਾਲ ਹੋ ਰਿਹਾ ਹੈ ਅਤੇ ਦੂਜੇ ਪਾਸੇ ਤੇਜ਼ ਸਪੀਡ ਨਾਲ ਪਾਠ ਕਰਨ ਵੇਲੇ ਵੀ ਸਹਿਜ ਹੋ ਸਕਦਾ ਹੈ। ਆਨੰਦ ਦੀਆਂ ਬਹੁਤ ਭਾਂਤ ਅਵਸਥਾਵਾਂ ਹਨ। ਕਦੇ ਪਾਠ ਹੌਲੀ ਕਰਕੇ ਆਨੰਦ ਆਉਂਦਾ ਹੈ, ਕਦੇ ਤੇਜ਼ ਕਰਕੇ, ਕਦੇ ਧੀਮੀ ਆਵਾਜ਼ ਵਿੱਚ ਕਰਕੇ ਆਨੰਦ ਆਉਂਦਾ ਹੈ ਅਤੇ ਕਦੇ ਉੱਚੀ ਆਵਾਜ਼ ਵਿੱਚ। ਇਹਨਾਂ ਸਭ ਹਾਲਤਾਂ ਵਿੱਚ ਹੀ ਸਹਿਜ ਹਾਜ਼ਰ ਵੀ ਹੋ ਸਕਦਾ ਹੈ ਅਤੇ ਗੈਰ ਹਾਜ਼ਰ ਵੀ। ਸੋ ਸਹਿਜ ਅਸਲ ਵਿੱਚ ਹੈ ਕੀ? ਅਕਸਰ ਜਦੋਂ ਪਾਠ ਕੀਤਾ ਜਾਂਦਾ ਹੈ ਤਾਂ ਪਾਠ ਕਰਦੇ ਸਾਰ ਹੀ ਮਨ ਵਿੱਚ ਇਹ ਫੀਲਿੰਗ ਜਿਹੀ ਬਣ ਜਾਂਦੀ ਹੈ ਕਿ ਪਾਠ ਖਤਮ ਕਦੋਂ ਹੋਣਾ ਹੈ। ਪਾਠੀ ਮਨ ਵਿੱਚ ਪਾਠ ਖਤਮ ਹੋਣ ਬਾਰੇ ਸੋਚਣ ਲੱਗ ਪੈਂਦਾ ਹੈ, ਖਾਸ ਕਰਕੇ ਜਦੋਂ ਸੁਖਮਨੀ ਸਾਹਿਬ ਵਰਗੀ ਲੰਬੀ ਬਾਣੀ ਦਾ ਪਾਠ ਸ਼ੁਰੂ ਕਰਨ ਸਾਰ ਹੀ ਇਸ ਦਾ ਭੋਗ ਪੈਣ ਦੀ ਫੀਲਿੰਗ ਪ੍ਰਗਟ ਹੋ ਜਾਂਦੀ ਹੈ। ਜੋ ਇਹ ਪਾਠ ਖਤਮ ਕਰਨ ਦੀ ਕਾਹਲੀ ਹੈ, ਇਸ ਦਾ ਉਲਟ ਸਹਿਜ ਦਾ ਗੁਣ ਹੈ। ਜਦੋਂ ਗੁਰਮੁਖ ਦਾ ਮਨ ਬਾਣੀ ਨਾਲ ਮੰਨ ਜਾਂਦਾ ਹੈ, ਉਹ ਪਾਠ ਦੀ ਸਮਾਪਤੀ ਬਾਰੇ ਬਿਲਕੁਲ ਨਹੀਂ ਸੋਚਦਾ। ਉਹ ਵਰਤਮਾਨ ਪਲ ਵਿੱਚ ਰਹਿ ਕੇ ਪਾਠ ਕਰਦਾ ਅਤੇ ਸੁਣਦਾ ਹੈ। ਉਸ ਦਾ ਸਮੇਂ ਵੱਲ ਕੋਈ ਧਿਆਨ ਨਹੀਂ ਹੁੰਦਾ ਕਿ ਕਦੋਂ ਪਾਠ ਸਮਾਪਤ ਹੋਵੇਗਾ। ਉਹ ਕੇਵਲ ਪਾਠ ਕਰ ਰਿਹਾ ਹੁੰਦਾ ਹੈ, ਹੋਰ ਕੋਈ ਵਿਚਾਰ ਜਾਂ ਮਨਸ਼ਾ ਉਸ ਦੇ ਮਨ ਵਿੱਚ ਨਹੀਂ ਹੁੰਦੀ। ਇਸੇ ਨੂੰ ਸਹਿਜ ਦਾ ਗੁਣ ਕਹਿੰਦੇ ਹਨ। ਪਾਠ ਕਰਨ ਵੇਲੇ ਇਹ ਸਹਿਜ ਦਾ ਗੁਣ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਮੂਵੀ ਦਾ ਸ਼ੌਕੀਨ ਜਾਂ ਗਾਣੇ ਸੁਣਨ ਦਾ ਇਸ਼ਤਿਹਾਕ ਰੱਖਣ ਵਾਲਾ ਆਪਣੀ ਮਨ ਪਸੰਦੀਦਾ ਫਿਲਮ ਜਾਂ ਮਨਭਾਉਂਦਾ ਗਾਣਾ ਸੁਣ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਉਸਨੂੰ ਕੋਈ ਸੁਰਤ ਨਹੀਂ ਹੁੰਦੀ ਕਿ ਸਮਾਂ ਕਿੰਨਾ ਹੋਇਆ ਹੈ ਜਾਂ ਕਿੰਨਾ ਰਹਿੰਦਾ ਹੈ। ਉਹ ਪੂਰੀ ਤਰ੍ਹਾਂ ਮੂਵੀ ਜਾਂ ਗਾਣੇ ਵਿੱਚ ਖੁੱਭਿਆ ਹੁੰਦਾ ਹੈ। ਆਪਾਂ ਕਹਿ ਸਕਦੇ ਹਾਂ ਕਿ ਉਹ ਸਹਿਜ ਨਾਲ ਮੂਵੀ ਜਾਂ ਗਾਣਾ ਸੁਣ ਰਿਹਾ ਹੈ। ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਾਲੇ ਗੁਰਸਿੱਖ ਜਦੋਂ ਪਾਠ ਜਾਂ ਸਿਮਰਨ ਕਰਦੇ ਹਨ ਤਾਂ ਉਹ ਕੇਵਲ ਇਸ ਵਰਤਮਾਨ ਪਲ ਵਿੱਚ ਜਿਉਂਦੇ ਹਨ। ਉਹਨਾਂ ਅੰਦਰ ਪਾਠ ਖਤਮ ਕਰਨ ਦੀ ਕੋਈ ਕਾਹਲੀ ਨਹੀਂ ਹੁੰਦੀ। ਬਸ ਇਸ ਮਨ ਭਿੱਤਰੀ ਕਾਹਲੀ ਨੂੰ ਖਤਮ ਕਰਨ ਦਾ ਨਾਂ ਸਹਿਜ ਹੈ। ਦੂਸਰਾ ਅਤਿਅੰਤ ਜ਼ਰੂਰੀ ਗੁਣ ਜੋ ਪਾਠ ਕਰਨ ਵੇਲੇ ਧਾਰਨ ਕਰਨਾ ਲਾਜ਼ਮੀ ਹੈ, ਉਹ ਹੈ ਪ੍ਰੇਮ। ਸੁਭਾਏ ਦਾ ਅਰਥ ਅਸਲ ਵਿੱਚ ਪ੍ਰੇਮ ਸਹਿਤ ਹੈ। ਭਾਏ ਦਾ ਅਰਥ ਬਾਣੀ ਵਿੱਚ ਪ੍ਰੇਮ ਹੈ ਅਤੇ ਸੁਭਾਏ ਦਾ ਅਰਥ ਇੱਥੇ ਸੋਹਣਾ ਪ੍ਰੇਮ ਹੈ। ਜੇ ਪਾਠ ਪ੍ਰੀਤ ਧਰ ਕੇ ਕੀਤਾ ਜਾਵੇ ਤਾਂ ਫਿਰ ਧਿਆਨ ਲਾਉਣ ਲਈ ਉੱਦਮ ਕਰਨ ਦੀ ਲੋੜ ਨਹੀਂ ਰਹਿੰਦੀ। ਪ੍ਰੀਤ ਆਪੇ ਹੀ ਧਿਆਨ ਲਵਾ ਦਿੰਦੀ ਹੈ। ਕਿ ਲੋਭੀ ਬੰਦਾ
ਕਦੇ ਧਨ ਵਧਾਉਣ ਲਈ ਜਾਂ ਧਨ ਸਾਂਭਣ ਲਈ ਧਿਆਨ ਲਾਉਣ ਦਾ ਉਦਮ ਕਰਦਾ ਹੈ? ਨਹੀਂ ਕਰਦਾ, ਕਿਉਂਕਿ ਧਨ ਦਾ ਲੋਭ ਇੰਨਾ ਪ੍ਰਬਲ ਹੁੰਦਾ ਹੈ ਕਿ ਇਸ ਦੇ ਵਿੱਚ ਹੀ ਧਿਆਨ ਸਮਾਇਆ ਹੁੰਦਾ ਹੈ। ਜੋ ਨੌਜਵਾਨ ਕਿਸੇ ਕੁੜੀ ਦੇ ਇਸ਼ਕੇ ਮਿਜ਼ਾਜੀ ਵਿੱਚ ਗਰਸਿਆ ਹੁੰਦਾ ਹੈ, ਕੀ ਉਹ ਉਸ ਕੁੜੀ ਵਿੱਚ ਧਿਆਨ ਲਾਉਣ ਲਈ ਕੋਈ ਯਤਨ ਕਰਦਾ ਹੈ? ਯਤਨ ਕਰਨ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਇਸ਼ਕ ਉਸ ਦੇ ਸਿਰ ਤੇ ਚੜਿਆ ਹੁੰਦਾ ਹੈ ਅਤੇ ਇਸ਼ਕ ਹੀ ਧਿਆਨ ਦਾ ਰੂਪ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਗੁਰੂ ਕਰਤਾਰ ਨਾਲ ਪ੍ਰੇਮ ਪੈ ਜਾਵੇ, ਫਿਰ ਜਦੋਂ ਉਸ ਨੂੰ ਨਾਮ ਬਾਣੀ ਰਾਹੀਂ ਯਾਦ ਕੀਤਾ ਜਾਵੇ, ਉਦੋਂ ਧਿਆਨ ਆਪਣੇ ਆਪ ਹੀ ਲੱਗ ਜਾਂਦਾ ਹੈ। ਗੁਰੂ ਸਾਹਿਬਾਨ ਨਾਲ ਪਿਆਰ ਪਾਉਣ ਲਈ ਸ਼ਰਧਾ ਸੇਤੀ ਲਿਖਿਆ ਹੋਇਆ ਗੁਰ ਇਤਿਹਾਸ ਪੜ੍ਹਨਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਭਾਈ ਵੀਰ ਸਿੰਘ ਦੇ ਲਿਖੇ ਹੋਏ ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ ਜਾਂ ਮਹਾਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਸ੍ਰੀ ਨਾਨਕ ਪ੍ਰਕਾਸ਼ ਜਾਂ ਗੁਰਪ੍ਰਤਾਪ ਸੂਰਜ ਗ੍ਰੰਥ। ਇਹ ਗੁਰੂ ਪ੍ਰੇਮ ਦੇ ਅਥਾਹ ਸਾਗਰ ਹਨ। ਅਕਾਲ ਪੁਰਖ ਦੇ ਗੁਣ ਗੁਰਬਾਣੀ ਵਿੱਚੋਂ ਪਤਾ ਲੱਗ ਜਾਂਦੇ ਹਨ ਅਤੇ ਭਗਤਾਂ ਦਾ ਜੀਵਨ ਚਰਿੱਤਰ ਪੜ੍ਹ ਕੇ ਹੋਰ ਵੀ ਉਜਾਗਰ ਹੋ ਜਾਂਦੇ ਹਨ। ਇਸ ਤਰ੍ਹਾਂ ਮਨ ਵਿੱਚ ਪ੍ਰੇਮ ਦੀ ਭਾਵਨਾ ਲਿਆ ਕੇ ਗੁਰਬਾਣੀ ਦਾ ਪਾਠ, ਕੀਰਤਨ ਅਤੇ ਨਾਮ ਸਿਮਰਨ ਕਰਨਾ ਚਾਹੀਦਾ ਹੈ। ਜਦੋਂ ਸਹਿਜ ਸੁਭਾਏ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ ਤਾਂ ਅਕਸਰ ਨੈਣਾਂ ਵਿੱਚੋਂ ਹੰਝੂਆਂ ਦੇ ਰੂਪ ਵਿੱਚ ਪ੍ਰੇਮ ਵਹਿਣ ਲੱਗ ਜਾਂਦਾ ਹੈ। ਜੋ ਗੁਰਬਾਣੀ ਦੇ ਦਿਲੋਂ ਆਸ਼ਿਕ ਹੁੰਦੇ ਹਨ, ਉਹਨਾਂ ਨੂੰ ਤਾਂ ਗੁਰਬਾਣੀ ਦੀ ਪੰਕਤੀ ਪੰਕਤੀ ਪ੍ਰੇਮ ਬਾਣਾ ਵਾਂਗ ਸੀਨੇ ਵਿੱਚ ਵੱਜਦੀ ਹੈ ਅਤੇ ਇਹਨਾਂ ਪ੍ਰੇਮ ਬਾਣਾ ਨਾਲ ਉਹਨਾਂ ਦਾ ਮਨ ਵਿੰਨਿਆ ਰਹਿੰਦਾ ਹੈ। ਕਦੇ ਕਦੇ ਗੁਰਬਾਣੀ ਦੇ ਪ੍ਰੇਮ ਵਿੱਚ ਉਹਨਾਂ ਦੇ ਸਰੀਰ ਦੇ ਰੋਮ ਖੜੇ ਹੋ ਜਾਂਦੇ ਹਨ। ਕਦੇ ਉਹ ਹੱਸ ਪੈਂਦੇ ਹਨ, ਕਦੇ ਉਹ ਰੋ ਪੈਂਦੇ ਹਨ ਅਤੇ ਕਦੇ ਚੁੱਪ ਕਰ ਜਾਂਦੇ ਹਨ। ਕਦੇ ਉਹਨਾਂ ਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਕਦੇ ਲਹੂ ਹੀਣਾ ਪੀਲਾ ਪੈ ਜਾਂਦਾ ਹੈ। ਇਸ ਬਾਰੇ ਸ੍ਰੀ ਆਸਾ ਕੀ ਵਾਰ ਵਿੱਚ ਬਹੁਤ ਸੁੰਦਰ ਪੰਕਤੀ ਹੈ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਰੰਗ ਹੱਸਹਿ ਰੰਗ ਰੋਵਹਿ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ। ਆਮ ਲੋਕ ਜਿਨ੍ਹਾਂ ਨੂੰ ਪ੍ਰੇਮ ਪਦਾਰਥ ਪ੍ਰਾਪਤ ਨਹੀਂ ਹੋਇਆ, ਉਹ ਭਗਤਾਂ ਗੁਰਮੁਖਾਂ ਦੀਆਂ ਇਹ ਅਵਸਥਾਵਾਂ ਬਾਰੇ ਕੁਝ ਨਹੀਂ ਕਹਿ ਸਕਦੇ, ਪਰ ਜਿਨ੍ਹਾਂ ਨੂੰ ਤਨਿਕ ਮਾਤਰ ਵੀ ਗੁਰਬਾਣੀ ਦੇ ਅਣਿਆਲੇ ਤੀਰ ਹਿਰਦੇ ਵਿੱਚ ਲੱਗੇ ਹਨ, ਉਹ ਐਨ ਸਮਝ ਸਕਦੇ ਹਨ ਕਿ ਸਹਿਜ ਸੁਭਾਏ ਪਾਠ ਜਾਂ ਕੀਰਤਨ ਕਰਨ ਦਾ ਕੀ ਆਨੰਦ ਹੈ। ਇਸ ਅਵਸਥਾ ਵਿੱਚ ਪਹੁੰਚਣ ਲਈ ਸਭ ਤੋਂ ਪਹਿਲਾਂ ਪਾਠ ਕਰਨ ਲੱਗੇ ਮਨ ਵਿਚਲੀ ਕਾਹਲੀ ਦੀ ਭਾਵਨਾ ਨੂੰ ਮਿਟਾਉਣਾ ਜ਼ਰੂਰੀ ਹੈ। ਜਦੋਂ ਪਾਠ ਕਰਦੇ ਹੋਏ ਕਾਹਲਾਪਣ ਜਾਂ ਉਤਾਵਲਾਪਣ ਆਵੇ ਤਾਂ ਰੁਕ ਕੇ ਮਨ ਪਾਸੋਂ ਪੁੱਛਣਾ ਚਾਹੀਦਾ ਹੈ ਕਿ ਦੱਸ ਮਨਾ, ਪਾਠ ਖਤਮ ਕਰਕੇ ਤੂੰ ਕੀ ਕਰਨਾ ਹੈ? ਜਦੋਂ ਇਹ ਪੁੱਛੋਗੇ ਤਾਂ ਮਨ ਪਾਸ ਕੋਈ ਜਵਾਬ ਨਹੀਂ ਹੋਵੇਗਾ। ਇਸ ਤਰ੍ਹਾਂ ਮਨ ਨਾਲ ਬਾਰ-ਬਾਰ ਲੁੱਝ ਕੇ ਇਹ ਮਨ ਵਿਚਲੀ ਕਾਹਲ ਖਤਮ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਪਾਠ ਕਰਨ ਵੇਲੇ ਨਾਮੀ ਅਕਾਲ ਪੁਰਖ ਅਤੇ ਗੁਰੂ ਸਾਹਿਬ ਵਾਸਤੇ ਪ੍ਰੇਮ ਦੀ ਭਾਵਨਾ ਲੈ ਕੇ ਆਉਣੀ ਚਾਹੀਦੀ ਹੈ। ਪ੍ਰੇਮ ਇੰਨਾ ਪ੍ਰਬਲ ਹੋਣਾ ਚਾਹੀਦਾ ਹੈ ਕਿ ਜਦੋਂ ਗੁਰਬਾਣੀ ਦਾ ਪਾਠ ਕਰਨ ਦਾ ਸਮਾਂ ਪ੍ਰਾਪਤ ਹੋਵੇ, ਉਦੋਂ ਗੁਰਸਿੱਖ ਨੂੰ ਚਾਉ ਚੜ੍ਹ ਜਾਣਾ ਚਾਹੀਦਾ ਹੈ। ਇੱਦਾਂ ਮਹਿਸੂਸ ਹੋਣਾ ਚਾਹੀਦਾ ਹੈ ਜਿਵੇਂ ਸਾਰੀ ਖੁਦਾਈ ਹੀ ਪ੍ਰਾਪਤ ਹੋ ਗਈ ਹੋਵੇ। ਇਹ ਅਵਸਥਾਵਾਂ ਪ੍ਰਾਪਤ ਕਰਨ ਲਈ ਹਰ ਰੋਜ਼ ਅਕਾਲ ਪੁਰਖ ਪਾਸੋਂ ਅਰਦਾਸ ਕਰਕੇ ਪ੍ਰੇਮ ਪਦਾਰਥ ਦੀ ਦਾਤ ਮੰਗਣੀ ਚਾਹੀਦੀ ਹੈ। ਰਫਤਾ ਰਫਤਾ ਸਹਿਜ ਸੁਭਾਏ ਪਾਠ ਕਰਨ ਦੀ ਜਾਚ ਆ ਜਾਂਦੀ ਹੈ। ਫਿਰ ਗੁਰਬਾਣੀ ਦਾ ਪਾਠ ਕਰਨ ਦਾ ਅਨੋਖਾ ਹੀ ਆਨੰਦ ਆਉਂਦਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪਾਂ ਨੂੰ ਸਮਰੱਥਾ ਬਖਸ਼ਣ ਕਿ ਆਪਾਂ ਸਹਿਜ ਸੁਭਾਏ ਗੁਰਬਾਣੀ ਦਾ ਪਾਠ, ਕੀਰਤਨ ਅਤੇ ਨਾਮ ਸਿਮਰਨ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।